ਸਿਲੇਬਸ ਦੇ ਵਿੱਚ ਇੱਕ ਨਾਵਲ ਲੱਗਾ ਹੋਇਆ BA Part 1 ਪੰਜਾਬੀ ਸਾਹਿਤ ਦੇ ਸਿਲੇਬਸ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੱਕ ਨਾਵਲ ਲਗਾਇਆ ਹੋਇਆ ਜਿਸ ਦਾ ਨਾਂ ਹੈ ਰੂਪ ਧਾਰਾ। ਰੂਪ ਧਾਰਾ ਪੰਜਾਬੀ ਦੇ ਬੜੇ ਸਿਰਮੌਰ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਲਿਖਿਆ ਹੋਇਆ ਨਾਵਲ ਹੈ ਔਰ ਇਸ ਨਾਵਲ ਦੇ ਰਚੇਤਾ ਜਸਵੰਤ ਸਿੰਘ ਕੰਵਲ ਇਸੇ ਸਾਲ ਹੀ ਸਾਨੂੰ ਸਦੀਵੀ ਵਿਛੋੜਾ ਦੇ ਕੇ ਜਾ ਚੁੱਕੇ ਹੈ 2 ਫਰਵਰੀ 2020 ਨੂੰ। ਉਹਨਾਂ ਦੇ ਇਸ ਨਾਵਲ ਨੂੰ ਸਮਝਾਉਣ ਲਈ ਆਪਾਂ ਪਹਿਲਾਂ ਇਸ ਨਾਵਲ ਦਾ ਪਾਠ ਕਰਾਂਗੇ। ਇਸ ਪੂਰੇ ਦੇ ਪੂਰੇ ਨਾਵਲ ਨੂੰ ਆਪਾਂ ਪੜਾਂਗੇ ਔਰ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਆਲੋਚਨਾਤਮਕ ਚਰਚਾ ਜਿਹੜੀ ਹੈ ਸਾਡੇ ਸਿਲੇਬਸ ਦੇ ਮੁਤਾਬਕ ਉਹ ਕਰਾਂਗੇ। ਤਾਂ ਅੱਜ ਮੈਂ ਰੂਪ ਧਾਰਾ ਨਾਵਲ ਦਾ ਪਹਿਲਾ ਐਪੀਸੋਡ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਔਰਤ ਦਾ ਹੁਸਨ ਵੀ ਕੀ ਜਾਦੂ ਹੈ, ਚੰਗੇ ਭਲੇ ਮਰਦ ਨੂੰ ਦੀਵਾਨਾ ਕਰਕੇ ਰੱਖ ਦਿੰਦਾ ਹੈ ਤੇ ਉਸਦੇ ਪਿਆਰ ਬਾਰੇ ਕੁਝ ਨਾ ਪੁੱਛੋ, ਬਸ ਮਜਨੂ ਬਣਾ ਕੇ ਛੱਡਦਾ ਹੈ। ਕਿਉਂ ਬੱਲੋ? ਬੂੜ ਸਿੰਘ ਨੇ ਆਪਣੀ ਸਜ ਵਿਆਹੀ ਮਾਲਣ ਦੇ ਡੌਲੇ ਨੂੰ ਮਜ਼ਬੂਤ ਪੰਜੇ ਨਾਲ ਘੁੱਟਿਆ ਹੋਇਆ ਸੀ। ਅੱਜ ਉਹ ਸਾਰੀ ਰਾਤ ਪਿਆਰ ਦੀ ਮਦਹੋਸ਼ੀ ਵਿੱਚ ਕਵਿਤਾ ਕਰੀ ਜਾਣਾ ਚਾਹੁੰਦਾ ਸੀ। 2 ਕਰੈਕਟਰ ਹੈ ਜਿਨ੍ਹਾਂ ਦਾ ਹੁਣੇ ਵਿਆਹ ਹੋਇਆ। ਇੱਕ ਹੈ ਬੂੜ ਸਿੰਘ ਤੇ ਉਹਦੇ ਘਰ ਵਾਲੀ ਮਾਲਣ। ਉਸਦੀ ਬੱਲੋ ਸੰਗ ਵਿੱਚ ਝਿਪਰ ਗਈ। ਪੜ੍ਹੇ ਲਿਖੇ ਗੱਭਰੂ ਅੱਗੇ ਉਸ ਨੂੰ ਆਪਣਾ ਅਨਪੜ੍ਹ ਹੋਣਾ ਥੋੜ੍ਹਾ ਕਰ ਰਿਹਾ ਸੀ, ਪਰ ਉਸਦਾ ਰੰਗ ਮੱਕੀ ਦਾ ਆਟਾ ਸੀ ਜਿਸ ਵਿੱਚ ਸੱਜਰਾ ਸੰਧੂਰ ਘੁਲਿਆ ਸੀ। ਉਸਦੇ ਨਕਸ਼ ਆਪਣੀ ਥਾਂ ਜਵਾਨੀ ਦੀ ਕਹਾਣੀ ਕਹਿ ਰਹੇ ਸਨ, ਪਿਆਰ ਦਾ ਹੁੰਗਾਰਾ ਭਰ ਰਹੇ ਸਨ। ਨਿਖਰੀ ਤੇ ਭਰੀ ਚਾਨਣੀ ਵਿੱਚ ਉਸਨੂੰ ਬੂੜ ਸਿੰਘ ਸੌਲਾ ਕਾਲਾ ਹੋਣ ਦੇ ਬਾਵਜੂਦ ਖੂਬਸੂਰਤ ਤੇ ਪਿਆਰਾ ਲੱਗ ਰਿਹਾ ਸੀ। ਪਿਆਰ ਦੀ ਹਾਲਤ ਹਰ ਕੁਝ ਇਸਤਰੀ ਮਰਦ ਨੂੰ ਹੁਸੀਨ ਬਣਾ ਦਿੰਦੀ ਹੈ। ਮਾਲਣ ਨੇ ਪਤੀ ਪਿਆਰ ਦੀ ਖੁਸ਼ੀ ਨੂੰ ਮਨ ਦੇ ਪਿਛਵਾੜੇ ਲੈ ਜਾਂਦਿਆਂ ਇੱਕ ਪਲ ਸੋਚਿਆ, ਆ ਜੇ ਇਸ ਤਰ੍ਹਾਂ ਹੀ ਬੀਤ ਜਾਵੇ। ਪਰ ਉਸਨੂੰ ਕੁਝ ਯਾਦ ਆ ਗਿਆ। ਸਹੁਰੇ ਘਰ ਪੈਰ ਪਾਉਂਦਿਆਂ ਹੀ ਉਸ ਕੁਝ ਦਿਲ ਤੋੜਵੇਂ ਬੋਲ ਸੁਣੇ ਸਨ। ਬੂੜ ਸਿੰਘ ਦੇ ਪਿਤਾ ਦੀ ਖਾਹਿਸ਼ ਸੀ ਕਿ ਨਗਦ ਦਾਜ ਨਾਲ ਮੁੰਡੇ ਦੀ ਪੜ੍ਹਾਈ ਸਮੇਂ ਗਹਿਣੇ ਪਈ ਜ਼ਮੀਨ ਥੋੜੀ ਬਹੁਤੀ ਛੁੱਟ ਜਾਂਦੀ, ਕਿਉਂਕਿ ਮੁੰਡਾ ਪੜ੍ਹਿਆ ਲਿਖਿਆ ਹੋਣ ਕਰਕੇ ਉਸ ਦੀ ਨਜ਼ਰ ਵਿੱਚ ਇੱਕ ਟੂਮ ਸੀ। ਟੂਮ ਤੋਂ ਭਾਵ ਗਹਿਣਾ। ਪਿਤਾ ਨੇ ਮੁੰਡੇ ਨੂੰ ਪੜ੍ਹਾਇਆ ਹੀ ਇਸ ਨੀਅਤ ਨਾਲ ਸੀ ਕਿ ਨੌਕਰੀ ਨਾਲ ਚੰਗੇ ਚੋਖੇ ਦਾਜ ਨੂੰ ਵੀ ਹੱਥ ਮਾਰ ਲਿਆ ਜਾਵੇਗਾ। ਭਾਵੇਂ ਕੁੜੀ ਵਾਲਿਆਂ ਬੜੀ ਸਜ ਧਜ ਨਾਲ ਵਿਆਹ ਕੀਤਾ ਸੀ, ਘੋੜੀ ਜੋੜੀ ਕੈਂਠਾ ਅਤੇ 2 ਛਾਪਾਂ ਵੀ ਪਾਈਆਂ, ਪਰ ਬਿਰਧ ਦੀ ਖਾਹਿਸ਼ ਪੂਰੀ ਨਹੀਂ ਸੀ ਹੋਈ। ਉਸਦੀ ਪੁੜਪੜਾਈ ਨੈਣ ਰਾਹੀਂ ਮਾਲਣ ਤੱਕ ਪਹੁੰਚ ਗਈ ਸੀ ਤੇ ਉਸਦਾ ਅੰਦਰ ਹੁਣ ਕੀ ਹੋਵੇਗਾ ਦੇ ਡਰ ਦੇ ਭਾਵ ਨਾਲ ਲਰਜ਼ਣ ਲੱਗ ਪਿਆ ਸੀ। ਨੈਣ ਕੌਣ ਹੈ? ਪਿੰਡਾਂ ਦੇ ਵਿੱਚ ਇੱਕ ਪਾਤਰ ਹੁੰਦੀ ਹੈ ਨੈਣ। ਆਮ ਤੌਰ ਤੇ ਜਿਹੜੇ ਰਿਸ਼ਤੇ ਹੈ ਉਹ ਨਾਈ ਬਰਾਦਰੀ ਦੇ ਜਿਹੜੇ ਲੋਕ ਆ ਉਹ ਕਰਾਉਂਦੇ ਹੁੰਦੇ ਸੀ, ਜਿਨ੍ਹਾਂ ਨੂੰ ਰਾਜੇ ਕਿਹਾ ਜਾਂਦਾ ਸੀਗਾ। ਤਾਂ ਰਾਜੇ ਦੇ ਘਰ ਵਾਲੀ ਜਿਹੜੀ ਨੈਣ ਹੈ ਉਹ ਆਮ ਤੌਰ ਤੇ ਪਹਿਲੇ ਦਿਨ ਕੁੜੀ ਦੇ ਨਾਲ ਜਾਂਦੀ ਸੀ ਜਦੋਂ ਕੁੜੀ ਵਿਆਹ ਕੇ ਲਈ ਜਾਂਦੀ ਸੀ। ਬੂੜ ਸਿੰਘ ਬਿਰਧ ਦੇ ਵੱਟੇ ਮੂੰਹ ਦੀ ਕੱਖ ਪਰਵਾਹ ਨਾ ਕੀਤੀ। ਬੂੜ ਸਿੰਘ ਨੇ ਬਿਰਧ ਦੇ ਵੱਟੇ ਮੂੰਹ ਦੀ ਕੱਖ ਪਰਵਾਹ ਨਾ ਕੀਤੀ। ਉਸਦੀ ਭੌਰ ਖੁਸ਼ੀ ਆਪਣੇ ਗੁਲਾਬ ਦੁਆਲੇ ਪ੍ਰਕਰਮਾ ਪਾ ਰਹੀ ਸੀ। ਉਸਦਾ ਗੁਲਾਬ ਕੌਣ ਸੀ? ਮਾਲਣ। ਉਸ ਮਾਲਣ ਦਾ ਅਨਪੜ੍ਹ ਹੋਣਾ ਭੋਰਾ ਐਬ ਨਾ ਸਮਝਿਆ। ਉਸਦੀਆਂ ਬਾਵਰੀਆਂ ਮੁਸਕਾਨਾਂ ਨੇ ਮਨ ਧਾਰ ਲਿਆ ਕਿ ਹੁਸਨਾਂ ਦੀ ਰਾਣੀ ਨੂੰ ਪੜ੍ਹਾਉਣਾ ਕੀ ਔਖਾ ਹੈ। ਉਹ ਮਾਲਣ ਦੇ ਪਿਆਰ ਵਿੱਚ ਕੁਝ ਇਸ ਤਰ੍ਹਾਂ ਘਿਰਿਆ ਰਿਹਾ ਕਿ ਵਿਆਹ ਤੋਂ 6 ਮਹੀਨੇ ਪਿੱਛੋਂ ਤੱਕ ਉਸ ਘਰ ਦੀ ਤੇ ਬਾਹਰ ਦੀ ਇੱਕ ਵੀ ਗੱਲ ਨਾ ਗੌਲੀ। ਪਰ ਬਿਰਧ
ਰੇਸ਼ਮ ਦੀ ਕਮੀਜ਼ ਵਿੱਚ ਅਲੇਹਾ ਚੁੰਬੜਿਆ ਹੋਇਆ ਸੀ, ਜਿਹੜਾ ਉੱਠਦਿਆਂ ਬਹਿੰਦਿਆਂ ਰੜਕਦਾ ਰਹਿੰਦਾ। ਜਿਹੜਾ ਬਜ਼ੁਰਗ ਸੀ, ਬੂੜ ਸਿੰਘ ਦਾ ਬਾਪ ਸੀ, ਉਸ ਨੂੰ ਇਹ ਸੀ ਕਿ ਕਰਜ਼ਾ ਲਾਉਣਾ ਹੈ, ਕਿਸੇ ਨਾ ਕਿਸੇ ਤਰ੍ਹਾਂ ਮੁੰਡਾ ਜਿਹੜਾ ਨੌਕਰੀ ਲੱਗੇ। ਉਹ ਕਹਿੰਦਾ ਮੇਰਾ ਲੱਕ ਟੁੱਟਦਾ ਜਾਂਦਾ ਏ, ਮੈਂ ਕਿੰਨਾ ਕੁ ਚਿਰ ਕਬੀਲਦਾਰੀ ਦਾ ਭਾਰ ਚੁੱਕਾਂਗਾ, ਤੂੰ ਕੁਝ ਕਰ, ਵੈਰੀ ਕਰਜ਼ਾ ਤਾਂ ਲਿਫਾਈ ਜਾਂਦਾ ਹੈ। ਇਹ ਵੀ ਗਲਤ ਸੀ ਕਿ ਬੂੜ ਸਿੰਘ ਘਰ ਦੀ ਨਿੱਘਰਦੀ ਹਾਲਤ ਤੋਂ ਲੰਮਾ ਸਮਾਂ ਅੱਖਾਂ ਮਿੱਟੀ ਰੱਖਦਾ। ਮਾਲਣ ਵੀ ਮੌਕਾ ਤਾੜ ਕੇ ਉਸਨੂੰ ਕੋਈ ਨੌਕਰੀ ਲੱਭਣ ਲਈ ਪ੍ਰੇਰਦੀ ਰਹਿੰਦੀ। ਉਸਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸੱਸ ਸਹੁਰਾ ਮੈਨੂੰ ਤੇ ਮੇਰੇ ਮਾਪਿਆਂ ਨੂੰ ਘੱਟ ਦਾਜ ਬਾਰੇ ਬੁੱਲ ਕੱਢਦੇ ਰਹਿੰਦੇ ਹਨ। ਜਿਵੇਂ ਲੱਕੜ ਨੂੰ ਘੁਣ ਖਾਂਦਾ ਹੈ, ਇਸ ਤਰ੍ਹਾਂ ਹੀ ਪੰਜਾਬ ਦੇ ਜੱਟਾਂ ਦੀਆਂ ਵਿਆਹੀਆਂ ਕੁੜੀਆਂ ਦੇ ਦਿਲ ਨੂੰ ਛੱਡ ਦੇਣ ਦਾ ਡਰ ਅੰਦਰੇ ਅੰਦਰ ਨੋਚਦਾ ਰਹਿੰਦਾ ਹੈ। ਮਾਲਣ ਅਨਪੜ੍ਹ ਜ਼ਰੂਰ ਸੀ, ਪਰ ਲੈਣ ਦੇਣ ਅਤੇ ਛਡਾਣ ਦੀ ਗੁੰਝਲ ਨੂੰ ਭਲੀ ਭਾਂਤ ਸਮਝਦੀ ਸੀ। ਕਿਸੇ ਵਾਪਰਨ ਵਾਲੀ ਘਟਨਾ ਦਾ ਅਗਾਊਂ ਡਰ ਕਈ ਵਾਰ ਰੋਕਵੀਂ ਸੂਝ ਵਿੱਚ ਬਦਲ ਜਾਂਦਾ ਹੈ। ਕਰੜੀ ਸੇਵਾ ਤੇ ਹਰ ਪਲ ਆਗਿਆਕਾਰ ਹੋ ਕੇ ਸੱਸ ਸਹੁਰੇ ਨੂੰ ਕੁਝ ਨਰਮ ਪਾ ਲਿਆ। ਇੱਕ ਦਿਨ ਜੇਰਾ ਕਰਕੇ ਉਸ ਸੱਸ ਸਹੁਰੇ ਦੇ ਸਾਹਮਣੇ ਬੂੜ ਸਿੰਘ ਨੂੰ ਨੌਕਰੀ ਕਰਨ ਬਾਰੇ ਸਿਆਣੇ ਢੰਗ ਨਾਲ ਨਹੋਰੇ ਵੀ ਦਿੱਤੇ। ਬੂੜ ਸਿੰਘ ਘਰਦਿਆਂ ਦੀਆਂ ਗੱਲਾਂ ਸੁਣ ਇਸ ਤਰ੍ਹਾਂ ਖਿੱਚ ਗਿਆ, ਤੁਹਾਡਾ ਕੀ ਖਿਆਲ ਹੈ, ਮੈਂ ਜਾਣ ਕੇ ਨੌਕਰੀ ਨਹੀਂ ਕਰਦਾ? 20 ਥਾਈਂ ਦਰਖਾਸਤਾਂ ਭੇਜ ਚੁੱਕਾ ਹਾਂ, ਸਿਫਾਰਿਸ਼ ਬਿਨਾਂ ਕੋਈ ਪੁੱਛੇ ਵੀ ਨਾ। ਉਹ ਆਪਣੀ ਥਾਂ ਅੱਕਿਆ ਹੋਇਆ ਸੀ। ਬਿਰਧ ਆਪਣੀਆਂ ਝੁਰੜੀਆਂ ਚੋਂ ਮੁਸਕਰਾਇਆ। ਲਹੂ ਦੀ ਤੇਜ਼ ਰੌਂ ਨੇ ਇੱਕ ਪਲ ਚਿਹਰੇ ਦੇ ਵੱਟ ਪੱਧਰੇ ਕਰ ਦਿੱਤੇ। ਉਹ ਥਾਪੀ ਦਿੰਦਿਆਂ ਆਖਿਆ, ਪੁੱਤਰਾ, ਜਿੱਥੇ ਸੜੀ ਸਿਫਾਰਿਸ਼ ਨਾ ਹੋਵੇ ਉੱਥੇ ਬੱਗਾ ਖੁੱਭੀ ਕੱਢ ਦਿੰਦਾ ਹੈ। ਤੂੰ ਕੋਸ਼ਿਸ਼ ਕਰ, ਮੈਂ ਘੁਮਾ ਖੰਡ ਹੋਰ ਫੂਕ ਦਿਆਂਗਾ। ਮਤਲਬ ਕੀ ਹੈ ਕਿ ਤੂੰ ਸਿਫਾਰਿਸ਼ ਨੂੰ ਛੱਡ, ਪੈਸੇ ਜਿਹੜਾ ਹੈ, ਬੱਗਾ ਕਿਹਨੂੰ ਕਹਿ ਰਿਹਾ? ਉਹ ਪੈਸੇ ਨੂੰ ਕਹਿ ਰਿਹਾ। ਤੇ ਨਾਲ ਹੀ ਉਹ ਕਹਿੰਦਾ ਵੀ ਇੱਕ ਅੱਧੀ ਘੁਮਾ ਮੈਂ ਇੱਕ ਅੱਧਾ ਕਿੱਲਾ ਹੋਰ ਵੇਚ ਦੂੰਗਾ। ਢੇਰ ਚਿਰ ਦੀ ਖੱਜਲ ਖੁਆਰੀ ਪਿੱਛੋਂ ਇੱਕ ਮੋਹਤਮ ਸਾਹਿਬ ਨਾਲ ਠਾਵਾ ਕੀਤੀ ਗਈ। ਪੜ੍ਹਾਈ 'ਚ ਉਹ ਕਾਫੀ ਹੁਸ਼ਿਆਰ ਰਿਹਾ ਸੀ, ਡਿਵੀਜ਼ਨ ਵੀ ਉਸ ਕੋਲ ਚੰਗੀ ਸੀ, ਪਰ ਪਹੁੰਚ ਬਿਨਾਂ ਕੰਮ ਅੜਿਆ ਪਿਆ ਸੀ। ਮੋਹਤਮ ਸਾਹਿਬ ਦੇ ਪੈਰ ਫੜਨ ਨਾਲ ਉਸ ਦਾ ਜ਼ਿਲ੍ਹੇਦਾਰੀ ਲਈ ਤੀਰ ਤੁੱਕਾ ਲੱਗ ਗਿਆ। ਮੋਹਤਮ ਸਾਹਿਬ ਨੇ ਉਸ ਨੂੰ ਜੱਟਾਂ ਕਿਸਾਨਾਂ ਨਾਲ ਵਰਤਣਾ ਤੇ ਜ਼ਿਲ੍ਹੇਦਾਰੀ ਦੇ ਗੁਰ ਅਸੂਲ ਸਮਝਾ ਦਿੱਤੇ। ਉਸ ਮੋਹਤਮ ਨੇ ਐਸੀ ਨੂੰ ਕਹਿ ਕੇ ਬੂੜ ਸਿੰਘ ਨੂੰ ਆਪਣੇ ਹੇਠਾਂ ਲੈ ਲਿਆ। ਇਸ ਤਰ੍ਹਾਂ ਉਹ ਲੋੜ ਗੋਚਰਾ ਤਿੱਖਾ ਵੀ ਹੋ ਗਿਆ। ਉਹ ਜਾਣ ਗਿਆ ਸੀ ਕਿ ਆਪਣੇ ਕੰਮ ਵਿੱਚ ਮਾਹਰ ਹੋਣ ਨਾਲੋਂ ਉਤਲੇ ਅਫਸਰਾਂ ਨੂੰ ਖੁਸ਼ ਰੱਖਣਾ ਵਧੇਰੇ ਜ਼ਰੂਰੀ ਹੈ। ਮੋਘਾਂ ਦੇ ਉੱਚੇ ਨੀਵੇਂ ਕਰਨ, ਸੂਇਆਂ ਨੂੰ ਠੋਕਰਾਂ ਲਾਉਣ ਪੁੱਟਣ ਨਾਲ ਜਿਹੜੀ ਰਿਸ਼ਵਤ ਜੱਟਾਂ ਕਿਸਾਨਾਂ ਤੋਂ ਮਿਲਦੀ, ਮੋਗੇ ਤੁਸੀਂ ਪਿੰਡਾਂ ਵਾਲੇ ਵਿਦਿਆਰਥੀ ਜ਼ਰੂਰ ਸਮਝਦੇ ਹੋਣਗੇ। ਸੂਏ ਜਿਹੜੀ ਵਾਟਰ ਬੋਡੀਜ਼ ਤੁਸੀਂ ਦੇਖਦੇ ਹੋ, ਜਿਹੜੀ ਨਹਿਰ ਤੋਂ ਛੋਟਾ ਰੂਪ ਹੁੰਦਾ ਹੈ, ਉਹਨੂੰ ਅਸੀਂ ਸੂਆ ਕਹਿ ਦਿੰਦੇ ਹਾਂ। ਪੱਕੀਆਂ ਜਿਹੜੀਆਂ ਸੂਏ ਬਣਾਏ ਜਾਂਦੇ ਆ, ਵਾਟਰ ਬੋਡੀਜ਼ ਬਣਾਈਆਂ ਜਾਂਦੀਆਂ। ਮੋਗਿਆਂ ਦੇ ਉੱਚੇ ਨੀਵੇਂ ਕਰਨ ਤੇ ਸੂਇਆਂ 'ਚ ਠੋਕਰਾਂ ਲਾਉਣ ਪੁੱਟਣ ਨਾਲ ਜਿਹੜੀ ਰਿਸ਼ਵਤ ਜੱਟਾਂ ਕਿਸਾਨਾਂ ਤੋਂ ਮਿਲਦੀ, ਉਸ SDO ਅਤੇ ਮੋਹਤਮ ਸਾਹਿਬ ਨੂੰ ਉਹਨਾਂ ਦੇ ਹਿੱਸੇ ਅਨੁਸਾਰ ਭੇਜਣੀ ਸ਼ੁਰੂ ਕਰ ਦਿੱਤੀ। ਕਿਉਂਕਿ ਉਸਨੂੰ ਕਾਮਯਾਬੀ ਰਿਸ਼ਵਤ ਨੇ ਦਿੱਤੀ ਸੀ, ਇਸ ਲਈ ਵੱਢੀ ਲੈਣਾ ਤੇ ਦੇਣਾ ਉਸ ਲਈ ਗੁਨਾਹ ਤੇ ਦੋਸ਼ ਬਿਲਕੁਲ ਨਾ ਰਿਹਾ। ਇਸੇ ਕਾਰਨ ਉਹ ਖਨਾਮੀਆਂ ਕਰ ਜਾਣ ਵਿੱਚ ਦਲੇਰ ਜ਼ਿਲ੍ਹੇਦਾਰ ਗਿਣਿਆ ਜਾਣ ਲੱਗਾ। ਇੱਕ ਰਾਤ ਉਸ ਮੋਟੀ ਰਿਸ਼ਵਤ ਨਾਲ ਸੂਏ 'ਚ ਕੱਟ ਕਰਵਾ ਦਿੱਤਾ ਤੇ ਅਗਲੇਰੀ ਸਵੇਰ ਰਿਪੋਰਟ ਭੇਜ ਦਿੱਤੀ ਕਿ ਬੰਨੀ ਕਮਜ਼ੋਰ ਸੀ, ਚੂਹੇ ਦੀ ਖੱਡ ਸਦਕਾ ਪਾੜ ਚੌੜਾ ਹੋ ਗਿਆ, ਪਰ ਲਾਗਲੇ ਚੱਕ ਦੀ ਸਹਾਇਤਾ ਨਾਲ ਬੰਦ ਕਰਨਾ ਪਿਆ। ਪਾਣੀ ਦਾ ਖਾਸ ਨੁਕਸਾਨ ਨਹੀਂ ਹੋਇਆ। ਉਤਲੇ ਅਫਸਰ ਮਾਈ ਬਾਪ ਸਨ। ਉਹ ਸਮਝਦੇ ਸਨ ਕਿ ਰਿਪੋਰਟ ਦੇ ਨਾਲ ਹੀ ਬੱਗਾ ਵੀ ਆਉਣ ਵਾਲਾ ਹੈ। ਬੱਗਾ ਯਾਨੀ ਮਾਇਆ, ਪੈਸੇ। ਬੂੜ ਸਿੰਘ ਨੇ ਠਾਠ ਨਾਲ ਜ਼ਿਲ੍ਹੇਦਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਘਰ ਦੇ ਦਿਨ ਫੇਰਨੇ ਆਰੰਭ ਦਿੱਤੇ। ਬਿਰਧ ਦੇ ਦਿਮਾਗ 'ਚ ਨਹੀਂ ਆ ਸਕਦੀ ਸੀ ਕਿ ਮੇਰਾ ਮੁੰਡਾ ਕਦੇ ਜ਼ਿਲ੍ਹੇਦਾਰ ਬਣੇਗਾ। ਹੁਣ ਉਹ ਕਰਜ਼ਾਈ ਹੋਣ ਉਪਰੰਤ ਚਿੱਟੀ ਪੱਗ ਬੰਨ੍ਹ ਕੇ ਆਪਣੇ ਆਪ ਨੂੰ ਫੜੇ ਵਿੱਚ ਬੈਠੇ ਸਾਥੀ ਬਿਰਧਾਂ ਦਾ ਸਰਦਾਰ ਸਮਝਦਾ ਸੀ। ਅਵਿਦਿਤ ਮਨੁੱਖ ਆਸ ਤੋਂ ਵੱਧ ਕਾਮਯਾਬ ਹੋ ਜਾਣ ਤੇ ਵਾਹਿਗੁਰੂ ਦੀ ਕਿਰਪਾ ਜਾਂ ਕਿਸੇ ਘਰ ਦੇ ਜੀ ਦੇ ਭਾਗ ਸਮਝਦਾ ਹੈ। ਅਵਿਦਿਤ ਤੋਂ ਭਾਵ ਜਿਹਦੇ ਕੋਲ ਵਿਦਿਆ ਨਹੀਂ ਹੈ, ਕੋਈ ਪੜ੍ਹਾਈ ਨਹੀਂ ਹੈ। ਘਰ ਦੇ ਤਿੰਨਾਂ ਜੀਆਂ 'ਚ ਮਾਲਣ ਹੀ ਚੌਥਾ ਨਵਾਂ ਜੀ ਰਲ ਗਈ ਸੀ ਤੇ ਹੁਣ ਉਹ ਕੁਦਰਤ ਦੀ ਸਹਾਇਤਾ ਨਾਲ
किस्मत की धनी समझी जान लगी। सस सहुरे दी नज़रां च हुण उसका सत्कार वध गया। इस विच तां शक नहीं सी, बूढ़ सिंह मालन नूं बेहद चाहुंदा सी। जेकर उसका घर का करजा लाउण विच सहायता करनी सी तद मालन की मर्जी अवश्य ही प्रधान होनी सी। इस कारण घर विच मालन की अहमियत वध गई। बिरद जो नूह नूं वेख के मत्थे नूं करूप बना लैंदा सी, पुत्री पुत्री आखदा थकदा नहीं सी। खुदगर्जी जिहड़ी कमजोर आर्थिकता की देन है, समय के लेप नाल ढीठता विच बदल जाती है। मालन इस खुशामद तो नौ जाणू सी। नौ तो भाव पूरी तरह जाणू होना। पर उसनूं अपने प्यारे का विछोड़ा चंद दीआं रिश्मां नाल पिंज जांदा। लम्मे हो के पिछों शक्कां डैणां दा रूप धार लैंदियां। एक गुलाम समाज विच मालन वर्गी औरत दा शक्की हो जाना ऐन कुदरती हुंदा है। अविद्यत मनुख नेड़ वापरियां घटनावां जां जाती तजर्बे तो सिੱਖਦਾ है ते ਉਹੀ विचार मुड़ उसका अमल बन जाते हैं। मध वर्गी मर्द की दूरी कई बार औरत के रंगीन सुपनियां नूं खेरू खेरू कर जाती है। ਉਹ मर्द ਜਿਹੜਾ ਮੁਸਕਾਨਾਂ ਦਾ ਜਵਾਬ ਖਾਮੋਸ਼ੀ ਵਿੱਚ ਹੀ ਪੀ ਜਾਂਦਾ ਹੈ, ਹੰਝੂਆਂ ਉੱਤੇ ਮੱਥਾ ਸਕੋੜ ਲੈਂਦਾ ਹੈ, ਔਰਤ ਦੀ ਸ਼ੱਕ ਨੂੰ ਯਕੀਨ ਵਿੱਚ ਬਦਲ ਦਿੰਦਾ ਹੈ, ਸੱਚ ਬਣਾ ਦਿੰਦਾ ਹੈ। ਬੂੜ ਸਿੰਘ ਜ਼ਿਲ੍ਹੇਦਾਰ ਹੋ ਕੇ ਇੱਕ ਵਾਰ ਹੀ ਨਵੀਂ ਦੁਨੀਆ ਵਿੱਚ ਆ ਗਿਆ। ਪਹਿਲੀ ਕੁਦਰਤੀ ਤਬਦੀਲੀ ਉਸ ਵਿੱਚ ਆਪਣੇ ਵਿਆਹ ਸਮੇਂ ਅਨੁਭਵ ਕੀਤੀ ਸੀ, ਪਰ ਇਸ ਤਬਦੀਲੀ ਨਾਲ ਉਹ ਇੱਕਦਮ ਉੱਚਿਆਂ ਚੁੱਕਿਆ ਗਿਆ। कई बार उसनूं आपू यकीन नहीं आउंदा सी कि मैं ਜ਼ਿਲ੍ਹੇਦਾਰ हो गया हाँ, पर थोड़े समय पिछों ही उसनूं एक नवीं शाख उत्ते ला दिता। पहलां अते नवां चार्ज लैण पिछों इलाके दे पटवारी उसनूं सत श्री अकाल बुलाउण लगे। अगले दिन एक सरदार लवेरी मੱਝ ਲੈ आया। उस नवां होण कारण लवेरी लैणों ना कर दित्ती। लवेरी सज्जर सूई मੱਝ। पर सरदार ने हसदिआं आख्या, सरदार जी मੱਝ मोड़ो ना, तुसी नवे आए हो। पटवारी तो पता लगा तुहाडा पिंड भी इत्थों डाढी दूर है। भला आपां जिमींदारां नूं दुੱਧ बिना किस तरह सर सकदा है? तुसी अफसर थोड़े हो, तुसी तो साडे भरा हो, तो असीं तुहानूं दुੱਧ बिना किवें देख सकदे हां? ਜ਼ਿਲ੍ਹੇਦਾਰ नवां सी, तजर्बा कोई नहीं सी, पर सरदार पता नहीं किन्ने ਜ਼ਿਲ੍ਹੇਦਾਰਾਂ नाल वरत चुका सी। उस बूढ़ सिंह नूं हर पासियों वल लिया ते ਜ਼ਿਲ੍ਹੇਦਾਰ नूं मੱਝ रखनी पै गई। सरदार दे मोगे तो अगला मोगा कई मुरब्बियां दे मालक मुमताज खान नूं पैंदा सी। जद उसनूं लवेरी गई दा पता लगा, उस पटवारी राही ਜ਼ਿਲ੍ਹੇਦਾਰ ते चढ़न लई घोड़ी भेज दित्ती। भावें दौरिਆਂ उत्ते जाण लई ਜ਼ਿਲ੍ਹੇਦਾਰ नूं घोड़ी दी सख्त लोड़ सी, पर उस खान दी घोड़ी मोड़ घल्ली। उस दिन पटवारी दी अद्धो राणी घोड़ी गिरदावरी करन लई लै लई। जद ओह गिरदावरी करदा खान दे चक आया, तद खान ने उसनूं रोटी वरची। खान ने अपनी नवाबां वर्गी बैठक विच बिठांदिआं पुछया, सरदार जी मेरा कसूर? तुसां मुड़ घोड़ी क्यों मोड़ घल्ली? आ टुੱਟੀ ਜਿਹੀ टैर तुहाडी अफसरां दी शान दे छाया नहीं। अज तुहानूं घोड़ी लैके जाना पऊगा। बंदा हर तरह की खिदमत लई हाज़र है बादशाह। पुराने समय दे विच कारां नहीं सी हुंदियां। इह जिहड़े ਜ਼ਿਲ੍ਹੇਦਾਰ जां वड्डे अफसर हुंदे सी, ओह घोड़ियां दे उत्ते ही अपना जिहड़ा टूर प्रोग्राम बनाउंदे सी। इधर उधर जिहड़ा ओह मौका देखण वास्ते जांदे सी। खान दी आओ भगत ते मिठे वरतारे नाल ਜ਼ਿਲ੍ਹੇਦਾਰ उसकी आस तो भी पहला मोया गया। खान ने रात नूं शराब पेश की। बूढ़ सिंह अपनी जिंदगी च पहली बार शराब पी रहा सी। एक दो बार वो ना नुकर सच्चे दिलों की, पर खान दी हलीमी ते प्यार अगे उसकी पेश ना गई। असल विच वो खंगर खान दे प्रभाव ते ठाठ अगे मलूकड़ा जिहा होके रह गया। पहली बार पींदियां बूढ़ सिंह नूं धुरतली आई, पर उस सोसाइटी दे इम्तिहान मूँह आया। हर तरह दीआं तलखियां पी गया। जद उसनूं सुरूर आया, खान ने उस नाल हथ मिलाया। सिख और मुसलमान दिल दे दुੱਧ हुंदे नहीं, असीं वफादार दोस्त भी बन सकते हैं। बिल्कुल तनो मनो ते धनो जी। ਜ਼ਿਲ੍ਹੇਦਾਰ ने खान दा मजबूती नाल हथ घुट लिया। उस संघ नूं खद्दर दे कपड़े वांग वगा मारिया ते रेशमी मुस्काना विच लहराई जा रहा सी। बाहर खलोते एक हंडे वरते पटवारी ने अंदाजा लाया, मुंडा कच्चा ही है, जिधर भी लारे लाओ लग जाएगा। नशे की लोर विच सरदार ने
ਮਾਲਣ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਜ਼ਿਲ੍ਹੇਦਾਰ ਲੱਗਾ ਸੀ ਉਸ ਸਮੇਂ ਉਹ ਇਕੱਲਾ ਹੋਣ ਕਰਕੇ ਉਹਦੀ ਰੋਟੀ ਸੀਤਾਰਾਮ ਕਲਰਕ ਦੇ ਘਰੋਂ ਆਉਂਦੀ ਸੀ। ਸੀਤਾਰਾਮ ਉੱਤੇ ਉਸਨੂੰ ਇੱਕ ਖਾਰ ਆਉਂਦੀ ਕਿਉਂਕਿ ਉਸਦੀ ਘਰਵਾਲੀ ਸ਼ਕੁੰਤਲਾ 8 ਜਮਾਤਾਂ ਪੜ੍ਹੀ ਹੋਣ ਕਰਕੇ ਜਸੂਸੀ ਨਾਵਲ ਪੜ੍ਹ ਲੈਂਦੀ ਸੀ, ਜਿਸ ਉੱਤੇ ਉਹ ਸ਼ਕੁੰਤਲਾ ਨਾਂ ਲਿਖਿਆ ਆਪ ਪੜ੍ਹਿਆ ਸੀ। ਉਸਦੇ ਖੂਬਸੂਰਤ ਬੱਚੇ ਫਰਾਕਾਂ ਪਾਈ ਲਾਨ 'ਚ ਖੇਡਿਆ ਕਰਦੇ ਸਨ। ਉਹ ਸ਼ਕੁੰਤਲਾ ਨੂੰ ਸਭਿਅਤਾ ਨਾਲ ਗੱਲ ਕਰਦਿਆਂ ਸੁਣਿਆ ਸੀ। ਉਸ ਅੰਦਰ ਹਸਰਤ ਨੇ ਪਲਸੇਟਾ ਮਾਰਿਆ, ਜੇ ਮਾਲਣ ਵੀ ਪੜ੍ਹੀ ਹੁੰਦੀ। ਮਾਲਣ ਭਾਵ ਉਹਦੇ ਘਰ ਵਾਲੀ, ਬੂੜ ਸਿੰਘ ਦੇ ਘਰ ਵਾਲੀ, ਜ਼ਿਲ੍ਹੇਦਾਰ ਦੇ ਘਰ ਵਾਲੀ। ਜ਼ਿੰਦਗੀ ਦਾ ਸਵਾਦ ਆ ਜਾਣਾ ਸੀ। ਉਸ ਮਨ ਵਿੱਚ ਧਾਰੀ ਕਿ ਮੈਂ ਘੱਟ ਤੋਂ ਘੱਟ ਉਸਨੂੰ ਪੰਜਾਬੀ ਜ਼ਰੂਰ ਪੜ੍ਹਾਵਾਂਗਾ। ਮਾਲਣ ਨੇ ਆਪਣੇ ਸਰਦਾਰ ਕੋਲ ਆ ਕੇ ਅਤੀ ਚੰਗੇ ਦਿਨ ਮਾਣੇ ਸਨ, ਇੰਨੇ ਚੰਗੇ ਕਿ ਉਹ ਖਿਆਲ ਵੀ ਨਹੀਂ ਕਰ ਸਕਦੀ ਸੀ। ਉਸਦਾ ਸੌਲਾ ਸਰਦਾਰ, ਸੌਲਾ ਭਾਵ ਸਾਂਵਲੇ ਰੰਗ ਦਾ, ਉਸਦਾ ਸੌਲਾ ਸਰਦਾਰ ਦਿਨੋਂ ਦਿਨ ਕਿੰਨਾ ਹਸੀਨ ਹੁੰਦਾ ਜਾ ਰਿਹਾ ਸੀ। ਨਹਿਰ ਦੀ ਕੋਠੀ ਸੁਭਾਵਕ ਆਵਾਜ਼ ਨੂੰ ਹੀ ਸੰਗੀਤ ਭਰੀਆਂ ਥਰਾਣਾ ਬਖਸ਼ਦੀ। ਲਾਨ ਦੇ ਫੁੱਲ ਮਚਲ ਮਚਲ ਮੁਸਕਰਾਉਂਦੇ ਸਨ। ਨਹਿਰ ਦੇ ਰਵਾਂ ਰਵੀਂ ਵਗਦੇ ਪਾਣੀ ਵਿੱਚ ਲਿਸ਼ਕਵੀਂ ਸੀਤਲਤਾ ਸੀ। ਹਰ ਰੂਪ ਖੂਬਸੂਰਤ ਅਤੇ ਉਸਦਾ ਹਰ ਨਕਸ਼ ਪਿਆਰ ਦੀ ਸਜਰੀ ਮੋਹਰ ਨਾਲ ਮਦਹੋਸ਼ ਹੋਇਆ ਪਿਆ ਸੀ। ਉਹ ਇੰਤਜ਼ਾਰ ਜਦ ਉਸਦਾ ਸਰਦਾਰ ਦੌਰੇ ਚਲਿਆ ਜਾਂਦਾ ਬੇਕਰਾਰੀ 'ਚ ਧੜਕਾਂਦੀ ਕਿੰਨੀ ਪਿਆਰੀ ਲੱਗਦੀ ਸੀ। ਅਪਾਰ ਖੁਸ਼ੀ ਤੇ ਅਥਾਹ ਪਿਆਰ ਦੇ ਸਾਗਰ ਵਿੱਚ ਡੁੱਬਦਿਆਂ ਜਦੋਂ ਸਾਹ ਲੈਣ ਲਈ ਉੱਪਰਲੀ ਸਤਹ ਤੇ ਆਉਂਦੀ, ਮਨ ਦੇ ਪਿਛਵਾੜੇ ਝਾਤ ਮਾਰਨ ਲਈ ਮਜਬੂਰ ਹੋ ਜਾਂਦੀ। ਪਰਛਾਵੇਂ ਆਕਾਰ ਬਣ ਕੇ ਅੱਗੇ ਆਉਂਦੇ, ਫਰਜ਼ ਆਖਦੇ ਬੇਪਰਵਾਹੀ ਸਮੇਂ ਰੁਕ ਵੀ ਜਾ। ਸਭ ਤੋਂ ਵੱਡਾ ਪਰਛਾਵਾਂ ਜਿਹੜਾ ਮੂੰਹ ਪਾੜ ਕੇ ਬੋਲ ਵੀ ਪੈਂਦਾ ਉਸਦੇ ਸਹੁਰੇ ਦਾ ਸੀ। ਗੱਡੀ ਚੜਾਉਂਦਿਆਂ ਬੜੀ ਨਿਮਰਤਾ ਤੇ ਪਿਆਰ ਤੇ ਰੰਝਾਣੀ ਹਾਲਤ ਵਿੱਚ ਉਸ ਕਿਹਾ ਸੀ, ਪੁੱਤਰੀ ਅਸੀਂ ਬਿਰਧ ਹੁਣ ਤੇਰੇ ਆਸਰੇ ਹੀ ਹਾਂ। ਤੂੰ ਹੀ ਘਰ ਦਾ ਤੇ ਗਹਿਣੇ ਪਈ ਜ਼ਮੀਨ ਦਾ ਖਿਆਲ ਰੱਖਣਾ ਹੈ। ਅਸੀਂ ਪਤਾ ਨਹੀਂ ਕਿਹੜੇ ਸਿਆਲ ਅੱਖਾਂ ਮੀਟ ਜਾਈਏ, ਪਰ ਪੁੱਤਰੀ ਸਾਨੂੰ ਮਰਨ ਤੋਂ ਅੱਗੋਂ ਸੁਰਖਰੂ ਜ਼ਰੂਰ ਕਰ ਦੇਣਾ। ਮਾਲਣ ਨੂੰ ਉਦੋਂ ਬੜਾ ਗੁੱਸਾ ਆਇਆ ਸੀ ਕਿ ਉਹੀ ਬੁੱਢਾ ਏ ਜਿਹੜਾ ਦਾਜ ਦੀਆਂ 4 ਕੌਡਾਂ ਨਾ ਮਿਲਣ ਪਿੱਛੇ ਮੈਨੂੰ ਛੱਡ ਦੇਣ ਦੀਆਂ ਸਲਾਹਾਂ ਦਿੰਦਾ ਸੀ। ਜਦ ਬੂੜ ਨੇ ਬਿਰਧ ਦੀ ਇੱਕ ਨਹੀਂ ਮੰਨੀ ਸੀ, ਉਸ ਸਮੇਂ ਉਹ ਮਾਲਣ ਲਈ ਕਿੰਨਾ ਸਤਿਕਾਰਯੋਗ, ਸ਼ੀਲ ਤੇ ਪ੍ਰੇਮੀ ਮਰਦ ਹੋ ਗਿਆ ਸੀ। ਪਰ ਹੁਣ ਉਹੀ ਬਿਰਧ ਦੇ ਹੰਝੂਆਂ ਉੱਤੇ ਸੱਚੇ ਦਿਲੋਂ ਪਸੀਜ ਗਈ, ਜਿਵੇਂ ਬੁੱਢਾ ਵੀ ਬੇਵੱਸ ਸੀ। ਅਜਿਹੇ ਖਿਆਲ ਉਸਦੀ ਯਾਦਵਾੜੀ ਵਿੱਚੋਂ ਪ੍ਰਵਾਸ ਕਰਦੇ ਉਹ ਉਹਨਾਂ ਬਾਰੇ ਸੋਚਣ ਤੇ ਅਮਲ ਕਰਨ ਲਈ ਕਾਹਲੀ ਪੈ ਜਾਂਦੀ ਸੀ। ਉਹ ਘਰ ਦਾ ਸਾਰਾ ਕਰਜ਼ਾ ਲੁਹਾ ਕੇ ਸੁਘੜ ਨੂੰਹ ਬਣਨਾ ਚਾਹੁੰਦੀ ਸੀ ਤੇ ਦਿਨੋਂ ਦਿਨ ਉਹ ਆਪਣੇ ਯਤਨਾਂ ਵਿੱਚ ਕਾਮਯਾਬ ਹੁੰਦੀ ਜਾ ਰਹੀ ਸੀ। ਸਵਾਏ ਕੱਪੜਿਆਂ ਆਦਿ ਦੇ ਖਰਚ ਦੇ ਬਾਕੀ ਸਭ ਚੀਜ਼ਾਂ ਉਹਨਾਂ ਨੂੰ ਆਪਣੇ ਆਪ ਕੋਠੀ ਪਹੁੰਚ ਜਾਂਦੀਆਂ ਸਨ। ਹਾੜੀ ਸੌਣੀ ਦਾਣੇ, ਤੂੜੀ ਟਾਂਡੇ ਉਹਨਾਂ ਤੋਂ ਸਾਂਭੇ ਨਹੀਂ ਜਾਂਦੇ ਸੀ। ਤਨਖਾਹ ਤੇ ਉਤਲੀ ਆਮਦਨ ਪਾ ਕੇ ਪਹਿਲਾ ਸਾਲ ਉਹਨਾਂ ਕੁੱਲ ਕਰਜ਼ੇ ਦਾ ਤਿਹਾਈ ਲਾ ਦਿੱਤਾ। ਬੂੜ ਸਿੰਘ ਦੇ ਪਿਤਾ ਉੱਤੇ ਮੁੜ ਕੇ ਜਵਾਨੀ ਆ ਗਈ। ਉਹ ਸਮਝ ਰਿਹਾ ਸੀ ਨੂੰਹ ਨੇ ਮੁੰਡੇ ਨੂੰ ਚੰਗਾ ਕਾਬੂ ਕੀਤਾ, ਪਰ ਬੂੜ ਸਿੰਘ ਦਾ ਬਾਪ ਕਰਜ਼ਾਈ ਰਹਿਣਾ ਸੁਸਾਇਟੀ 'ਚ ਆਪਣੀ ਹੱਦ ਤੱਕ ਸਮਝਦਾ ਸੀ। ਉਹ ਆਪਣੇ ਅਮਲੇ 'ਚ ਛੇਤੀ ਤੋਂ ਛੇਤੀ ਖਾਨਦਾਨੀ ਘਰ ਦਾ ਜ਼ਿਲ੍ਹੇਦਾਰ ਰਖਾਉਣਾ ਚਾਹੁੰਦਾ ਸੀ। ਇੱਜ਼ਤ ਮਾਨ ਦੇ ਪੱਖ ਤੋਂ ਉੱਚੇ ਉੱਠਣ ਦੀ ਖਾਸ਼ ਕੁਦਰਤੀ ਹੈ, ਪਰ ਇਸ ਨੂੰ ਹਾਸਲ ਕਰਨ ਦੇ ਤਰੀਕੇ ਗੈਰ ਕੁਦਰਤੀ ਨਹੀਂ, ਅਣਮਨੁੱਖੀ ਵੀ ਅਪਣਾਏ ਜਾਂਦੇ ਹਨ। ਛੇਤੀ ਉੱਚਿਆਂ ਉੱਠਣ ਵਿੱਚ ਜ਼ਿਲ੍ਹੇਦਾਰ ਲਈ ਖਾਨ ਦੀ ਯਾਰੀ ਬੜੀ ਵਫਾਦਾਰ ਸਾਬਤ ਹੋਈ। ਸਾਰੇ ਇਲਾਕੇ ਵਿੱਚ ਉਸਦਾ ਰੋਹਬ ਸੀ। ਉਹ ਰਚਵਾ ਪਾਣੀ ਲਾਉਂਦਾ ਸੀ। ਖਾਨ ਦੀ ਯਾਰੀ ਕਾਰਨ ਕਿਸੇ ਗਰੀਬ ਕਿਸਾਨ ਨੂੰ ਹਿੰਮਤ ਨਹੀਂ ਪੈਂਦੀ ਸੀ ਕਿ ਜ਼ਿਲ੍ਹੇਦਾਰ ਨੂੰ ਉਤਲੇ ਅਫਸਰਾਂ ਕੋਲ ਰਿਸ਼ਵਤਖੋਰ ਸਾਬਤ ਕਰੇ। ਅਨਪੜ੍ਹ ਕਿਸਾਨਾਂ ਨੂੰ ਸ਼ਿਕਾਇਤ ਕਰਨ ਦਾ ਵਾਲੀ ਨਹੀਂ ਸੀ। ਵੱਧ ਤੋਂ ਵੱਧ ਉਹਨਾਂ ਦਾ ਵਾਹ 20 ਸਾਲ ਪਿੱਛੋਂ ਮੋਹਤਮ ਸਾਹਿਬ ਨਾਲ ਪੈਂਦਾ ਸੀ, ਜਿਹੜਾ ਕਿ ਜ਼ਿਲ੍ਹੇਦਾਰ ਦਾ ਮਜ਼ਬੂਤ ਕਿੱਲਾ ਸੀ। ਇਹ ਜ਼ਮਾਨਾ ਸ਼ਿਕਵੇ ਸ਼ਿਕਾਇਤਾਂ ਦਾ ਘੱਟ ਅਤੇ ਰਿਸ਼ਵਤ, ਸਿਫਾਰਿਸ਼ ਤੇ ਮਿੰਨਤ ਸਮਾਜਤ ਦਾ ਬਹੁਤਾ ਸੀ। ਗੁਲਾਮੀ ਦੇ ਮੋਟੇ-ਮੋਟੇ ਲੱਛਣ 1924-25 ਵਿੱਚ ਪੰਜਾਬ ਦੀਆਂ ਨਵੀਆਂ ਬਾਰਾਂ ਵਿੱਚ ਪ੍ਰਤੱਖ ਪਾਏ ਜਾਂਦੇ ਸਨ। ਗੰਦੇ ਨਿਜ਼ਾਮ ਵਿੱਚ ਅਣਮਨੁੱਖੀ ਤਰੀਕੇ ਦੀ ਯਾਰੀ ਜਿੱਥੇ ਵਫਾ ਪੂਰਦੀ ਹੈ, ਉੱਥੇ ਜ਼ਿੰਦਗੀ ਦੇ ਕਤਲ ਦੀ ਬੁਨਿਆਦ ਵੀ ਰੱਖ ਦਿੰਦੀ ਹੈ। ਜ਼ਿਲ੍ਹੇਦਾਰ ਲਈ ਮੁਮਤਾਜ਼ ਖਾਨ ਦੀ ਯਾਰੀ ਆਰਥਿਕ ਪੁਸ਼ਟੀ ਜ਼ਰੂਰ ਸਾਬਤ ਹੋਈ, ਪਰ ਨਾਲ ਹੀ ਸ਼ਰਾਬ ਅਤੇ ਔਰਤ ਨੇ ਉਸਦੇ ਅੰਦਰ ਵੜ ਕੇ ਉਸਦੀ ਭਰੀ ਸਿਹਤ ਤੇ ਅਖਲਾਕੀ ਕੀਮਤ ਨੂੰ ਤੋੜਨਾ ਤੇ ਜ਼ਰਜ਼ਰਾ ਕਰਨਾ ਸ਼ੁਰੂ ਕਰ ਦਿੱਤਾ। ਜਿਹੜੀ ਮਹਿਫਲ ਮਾਹਵਾਰੀ ਹੁੰਦੀ ਸੀ, ਤਰੱਕੀ ਕਰਕੇ ਹਫ਼ਤੇਵਾਰੀ ਹੋ ਗਈ। ਹਰ ਮਨੁੱਖ ਉਹੀ ਕੁਝ ਦਿੰਦਾ ਹੈ ਜੋ ਉਸ ਕੋਲ ਹੁੰਦਾ ਹੈ।
ਖਾਨ ਦੇ ਜਗੀਰਦਾਰੀ ਸੁਭਾਅ ਦਾ ਅਸਰ ਬੂੜ ਸਿੰਘ ਉੱਤੇ ਪੈਣਾ ਕੁਦਰਤੀ ਸੀ ਕਿ ਉਹ ਦਿਨੋਂ ਦਿਨ ਲੋਹੇ ਦੀ ਸੂਈ ਵਾਂਗ ਚੁੰਬਕ ਪੱਥਰ ਵੱਲ ਖਿੱਚੀਦਾ ਚਲਾ ਗਿਆ। ਬੂੜ ਸਿੰਘ ਅਤੇ ਮੁਮਤਾਜ਼ ਖਾਨ ਨੂੰ ਇੱਕ ਵਾਰ ਇਕੱਠਿਆਂ ਲਾਹੌਰ ਜਾਣ ਦਾ ਮੌਕਾ ਮਿਲਿਆ। ਸਰੂਰ ਵਿੱਚ ਆਏ ਸਰਦਾਰ ਨੂੰ ਖਾਨ ਹੀਰਾ ਮੰਡੀ ਲੈ ਗਿਆ। ਰਤਨ ਬਾਈ ਦੇ ਕੋਠੇ ਦਾ ਠਾਠ ਵੇਖ ਕੇ ਸਰਦਾਰ ਦੇ ਹੋਸ਼ ਚੱਕਰ ਖਾਣ ਲੱਗ ਪਏ। ਉਸ ਲਈ ਹੁਸੀਨ ਦੁਨੀਆ ਨਵੀਂ ਤੇ ਓਪਰੀ ਜ਼ਰੂਰ ਸੀ, ਪਰ ਉਸਦੇ ਸ਼ਰਾਬੀ ਵਜੂਦ ਨੇ ਦਿਨ ਰਾਤ ਇਸ ਰੰਗੀਨ ਦੁਨੀਆ ਨੂੰ ਕਲਪਿਆ ਤੇ ਚਾਹਿਆ ਸੀ। ਕਿਤੇ ਕੋਈ ਗਲਤੀ ਨਾ ਹੋ ਜਾਵੇ, ਇਹ ਡਰ ਉਸ ਤੋਂ ਖਾਨ ਦੇ ਹਰ ਅਮਲ ਦੀ ਨਕਲ ਕਰਵਾ ਰਿਹਾ ਸੀ। ਰਤਨ ਬਾਈ ਨੇ ਝੁੱਕ ਕੇ ਦਰਬਾਰੀ ਤਰੀਕੇ ਨਾਲ ਸਲਾਮ ਕੀਤਾ ਤੇ ਬੁਲਾਵਾ ਲੈਂਦਿਆਂ ਨਹੋਰਾ ਮਾਰਿਆ, ਖੁਦਾ ਕੀ ਕੁਦਰਤ ਹੈ, ਬੰਦਾ ਨਵਾਜ਼ੋਂ ਕੋ ਹਮ ਗਰੀਬ ਯਾਦ ਆਏ। ਆਏ ਹਾਏ ਬਾਈ ਮਰ ਗਏ। ਖਾਨ ਨੇ ਗੱਦੇ ਤੇ ਲੁਟਕਦਿਆਂ ਆਪ ਮੁਹਾਰੇ ਪੁਕਾਰਿਆ। यूं तो दुनिया बहुत खूबसूरत है, मगर भाई आपका जवाब नहीं। शिकवा करना और कत्ल करना कोई आपसे सीखे। ये नाटकी गलबात सरदार दा दिल आस्यो पैसों गल की सारे पास्यों विन गई। उसकी हालत उस जवान कंवारी वर्गी सी जिसनों किसी इकल विच क्यूपिड दे सामने तीरां ने निढाल कर दिता होवे। उसदियां नशीलियां नजरां बैठक विच सजी हर तस्वीर विच खुद के रह गईयां। ताक ते सजे बुत निरत कला दी दाद दे रहे सन। पैरां हेठां दुध चिट्टी चादर ने कश्मीर ढक रखिया सी। पहाड़ां दे पैरी नीली झील विच खिड़े सूहे कमलां दे हर साह मदहोश कर दिता जापदा सी। रतन बाई ने ड्राइंग रूम विच नूं इस तरीके नाल सजाया सी कि आउण वाला हर लुकमान सजदे विच डिग जावे। रतन बाई दे इशारे ते इक हसीन कुड़ी दो हत्थां विच चांदी दी तश्तरी फड़ी अंदरों निकली। रूप दे सारे नक्श आपो अपनी थां अंगड़ाए पए सन। बस एक रूह दे आउण दी ही देर बाकी सी कि उन्हां धड़कना शुरू कर दिता। खान ने हुसीना नूं इशारा दिता, पहलों सरदार जी। हुसीना ने सरदार अगे गोडा टेकदियां सज्जा हथ सिर नूं लाया। उसदे हथ विच सूखम थर्राण सी। अखां विचों इक तजर्बे दी छल बाहर आई ते हसीन बुल्लियां चों सत श्री अकाल दी मधुर सुर किर गई। सरदार दी डौर पर होई बेहोशी दियां सैकड़े जरबां खा गई। अजी शौक फरमाइए कैंसियां वर्गी प्यारी आवाज नाल तश्तरी होर अगे आ गई। इसे तरह सजदे विच आई हुसीना नूं देख के अणजाण मनुखी खुदा घबरा गया। उस सूखम तकनी नाल खान तो सहायता चाही। उस अख दब के तश्तरी चों कुछ चुक लैण लई समझाया। सरदार ने कुछ चुक लैण तो बाद सुंदरी दियां भरियां छातियां नूं तक्किया जिहड़ियां साह लैण दे नाल अपने निरत विच मगन सन। शुक्रिया, सरदार दे अपने बोल विच शहद भरदियां आख्या। उस इलायची चुक लई। दो पल दी इंतजार पिछों कुड़ी ने मुंह फेर लिया। उसदा जब्त करन ते भी हासा निकल गया। रतन बाई कहना चाहुंदी सी, मुमताज खान ये जंगली कित्थों फड़ के लिया है? खान ने भी समझदियां आख्या, सुल्ताना सरदार जी ऐरा वगैरह नहीं, लाखों में एक मोती हैं जो तेरे लिए तोहफा लेके आया हां। तस्लीम। सुल्ताना अपनी विशेष अदायगी विच दोबारा झुक गई। जिलेदार ने चेतन हुंदियां समझण दा यतन कीता। मेरे कोलों की बेअदबी हो गई है?